ठीक है। तो अगर आप 2D ਦੇ ਵਿੱਚ ਗੱਲ ਕਰੀਏ, दो ਲਾਈਨਸ ਨੇ ਸਪੋਜ਼ ਕਾਰਟੀਜ਼ੀਅਨ ਸਿਸਟਮ ਦੇ ਵਿੱਚ ਕਿਵੇਂ ਇੰਟਰੈਕਟ ਕਰ ਸਕਦੀਆਂ ਦੋ ਲਾਈਨਸ, ਜਾਂ ਤਾਂ ਪੈਰਲਲ ਹੋਣਗੀਆਂ ਜਾਂ ਕੋਇਨਸਾਈਡਿੰਗ ਹੋਣਗੀਆਂ ਜਾਂ ਉਹ ਕੀ ਹੋਣਗੇ ਇੰਟਰਸੈਕਟਿੰਗ ਲਾਈਨਸ ਹੋਣਗੀਆਂ, ਠੀਕ ਹੈ। बट जो आप 3D ਦੇ ਵਿੱਚ ਆਉਣੇ ਆ ਤਾਂ 2 lines can interact in more than 3 ways, ਜਾਂ in total there could be 4 ways of interaction of 2 lines। ਕੀ ਹੋਣਗੇ? both lines could be parallel, they could be coincident, they could be intersecting or they could be skew lines। 4 तरीके ਦੀਆਂ ਲਾਈਨਸ ਹੋ ਸਕਦੀਆਂ, ਪੈਰਲਲ, ਕੋਇਨਸਾਈਡਿੰਗ, ਇੰਟਰਸੈਕਟਿੰਗ ਐਂਡ ਸਕਿਊ। ਸਕਿਊ ਕਿਹਨਾਂ ਨੂੰ ਕਹਿੰਦੇ ਆਪਾਂ? ਸਕਿਊ ਜਿਹੜੀਆਂ ਨਾ ਹੀ ਤਾਂ ਕਦੇ ਇੰਟਰਸੈਕਟ ਕਰਨਗੀਆਂ ਤੇ ਨਾ ਹੀ ਕਦੇ ਕੀ ਹੋਣਗੀਆਂ ਪੈਰਲਲ ਹੋਣਗੀਆਂ, ਠੀਕ ਹੈ। ਕਿਵੇਂ ਦੀਆਂ ਲਾਈਨਸ ਹੋਣਗੀਆਂ? ਸਪੋਜ਼ ਇਹਦੇ ਮਿਡ ਪੁਆਇੰਟ ਤੋਂ ਉਹਦੇ ਟੌਪ ਤੱਕ ਆਪਾਂ ਇੱਕ ਲਾਈਨ ਬਣਾਤੀ ਸਪੋਜ਼, ਠੀਕ ਹੈ। ਉਸ ਕਾਰਨਰ ਤੱਕ, ਇਸ ਮਿਡ ਪੁਆਇੰਟ ਤੋਂ ਮੈਂ ਇੱਕ ਲਾਈਨ ਬਣਾਈ ਐਂਡ ਇਸ ਕਾਰਨਰ ਤੋਂ ਉਹਦੇ ਸਾਈਡ ਦੇ ਮਿਡ ਪੁਆਇੰਟ ਤੱਕ ਆਪਾਂ ਲਾਈਨ ਬਣਾਈ। ਇਹ ਲਾਈਨ ਉੱਪਰ ਦੀ ਕ੍ਰਾਸ ਕਰ ਜਾਏਗੀ, ਇਹ ਲਾਈਨ ਨੀਚੇ ਦੀ ਜਾਏਗੀ, ਇਹਨਾਂ ਦੋਨਾਂ ਨੇ ਆਪਸ 'ਚ ਕਦੇ ਵੀ ਨਹੀਂ ਮਿਲਣਾ। ਤਾਂ ਇਸ ਤਰ੍ਹਾਂ ਦੀਆਂ ਲਾਈਨਸ ਨੂੰ ਆਪਾਂ ਕੀ ਕਹਿੰਦੇ ਆ? ਸਕਿਊ ਲਾਈਨਸ ਕਹਿੰਦੇ ਆ। ਇਹ ਚੀਜ਼ 2D 'ਚ ਹੋ ਨਹੀਂ ਸਕਦੀ। ਇਸ ਤਰ੍ਹਾਂ ਦੀਆਂ ਲਾਈਨਸ ਜਦੋਂ 2D 'ਚ ਲੈ ਕੇ ਜਾਓਗੇ ਤਾਂ ਉਹਨਾਂ ਨੇ ਆਟੋਮੈਟਿਕਲੀ ਇੰਟਰਸੈਕਟ ਕਰ ਦੇਣਾ, ਠੀਕ ਹੈ। तो there could be 4 ways of interaction of lines, they could be parallel, they could be intersecting, they could be coinciding or they could be skew lines, ठीक है। तो 4 तरीके हो सकते हैं, they could be parallel, they could be skew lines, they could be coinciding or they could be intersecting, ठीक है। coinciding, intersecting, skew lines or they could be parallel। ਹੁਣ ਆਪਾਂ ਗੱਲ ਕਰਦੇ ਹਾਂ ਇੰਟਰਸੈਕਟਿੰਗ ਲਾਈਨਸ ਦੀ। ਇੰਟਰਸੈਕਟਿੰਗ ਲਾਈਨਸ ਦਾ ਸ਼ਾਰਟੈਸਟ ਡਿਸਟੈਂਸ ਕਿੰਨਾ ਹੋਏਗਾ ਆਪਸ ਦੇ ਵਿੱਚ? ਦੋ ਇੰਟਰਸੈਕਟਿੰਗ ਲਾਈਨਸ ਦਾ ਆਪਸ ਦੇ ਵਿੱਚ ਸ਼ਾਰਟੈਸਟ ਡਿਸਟੈਂਸ ਕਿੰਨਾ ਹੁੰਦਾ? 0। ਜੋ ਇੰਟਰੈਕਟ ਹੀ ਕਰ ਗਈਆਂ ਤਾਂ ਉਹਨਾਂ ਦਾ ਆਪਸ 'ਚ ਸ਼ਾਰਟੈਸਟ ਡਿਸਟੈਂਸ ਕਿੰਨਾ ਹੋਏਗਾ? 0। ਤੋਂ 0 ਹੈ ਤਾਂ ਮਤਲਬ ਆਪਾਂ ਇਹਨਾਂ ਬਾਰੇ ਕਦੇ ਗੱਲ ਵੀ ਨਹੀਂ ਕਰਾਂਗੇ। ਸ਼ਾਰਟੈਸਟ ਡਿਸਟੈਂਸ ਬਿਟਵੀਨ 2 ਇੰਟਰਸੈਕਟਿੰਗ ਲਾਈਨਸ ਬਾਰੇ ਆਪਾਂ ਗੱਲ ਨਹੀਂ ਕਰਾਂਗੇ। ਆਪਾਂ ਇਹ ਜ਼ਰੂਰ ਦੇਖਾਂਗੇ ਕਿ ਲਾਈਨਸ ਇੰਟਰਸੈਕਟਿੰਗ ਹੈ ਜਾਂ ਨਹੀਂ ਹੈ, ਬਟ ਆਪਾਂ ਉਹਨਾਂ ਦੀ ਕਦੇ ਡਿਸਟੈਂਸ ਦੀ ਗੱਲ ਨਹੀਂ ਕਰਾਂਗੇ, ਠੀਕ ਹੈ। Similarly, if they are coinciding, then also their shortest distance will be equals to 0, ठीक है। पता किवें लगेगा? अगर कंप्लीट इक्वेशन ਉਹਨਾਂ ਦੀ ਕੀ ਹੈ? ਪ੍ਰਪੋਰਸ਼ਨਲ ਹੈ, ਠੀਕ ਹੈ। डायरेक्शन रेशियोज भी ਪ੍ਰਪੋਰਸ਼ਨਲ ਨੇ, ਇੱਕ ਪੁਆਇੰਟ ਵੀ ਉਹਨਾਂ ਦੇ ਵਿਚਕਾਰ ਕੋਈ ਕਾਮਨ ਆ ਰਿਹਾ। अगर ये चीज़ हो रही है तो ਆਪਾਂ ਉਹਨਾਂ ਨੂੰ ਕੀ ਕਹਿ ਦਾਂਗੇ? they are the coinciding lines, ठीक है। तो अपना टॉपिक है ਜਿਹੜਾ ਉਹ ਕਿੱਥੇ ਰਿਸਟ੍ਰਿਕਟ ਹੋ ਕੇ ਰਹਿ ਜਾਂਦਾ? ਪੈਰਲਲ ਐਂਡ ਸਕਿਊ ਲਾਈਨਸ ਤੇ, ਕਿ ਆਪਾਂ ਨੂੰ ਪੈਰਲਲ ਐਂਡ ਸਕਿਊ ਲਾਈਨਸ ਦਾ ਡਿਸਟੈਂਸ ਆਪਸ ਦੇ ਵਿੱਚ ਹਮੇਸ਼ਾ ਯਾਦ ਰਹਿਣਾ ਚਾਹੀਦਾ, ਠੀਕ ਹੈ। ਇਹਦੇ ਦੋ ਤਰੀਕੇ ਹੈ, ਜਾਂ ਤਾਂ ਇੱਕ ਪ੍ਰੋਸੈਸ ਸਮਝ ਲਈਏ ਆਪਾਂ ਪੂਰਾ ਕਿ ਕਿਵੇਂ ਕੀਤਾ ਕਿਵੇਂ ਨਹੀਂ, ਉਹ ਵੀ ਆਪਾਂ ਕਰ ਲੈਂਦੇ ਹਾਂ। ਨਾਲ ਨਾਲ ਆਪਾਂ ਨੂੰ ਦੋ ਸਿੰਪਲ ਜਿਹੇ ਫਾਰਮੂਲਾਜ਼ ਜਿਹੜੇ ਪਤਾ ਹੋਣੇ ਚਾਹੀਦੇ ਆ। ਫਾਰਮੂਲਾਜ਼ ਯਾਦ ਹੋ ਜਾਣਗੇ ਤਾਂ ਕੋਈ ਵੀ ਕੁਐਸਚਨ ਨਹੀਂ ਅਟਕੂਗਾ, ਠੀਕ ਹੈ। ਤਾਂ ਪਹਿਲਾਂ ਆਪਾਂ ਸਕਿਊ ਲਾਈਨਸ ਦੀ ਗੱਲ ਕਰਦੇ ਹਾਂ ਜਾਂ ਪੈਰਲਲ ਲਾਈਨਸ ਦੀ ਗੱਲ ਕਰਦੇ ਹਾਂ। ਸ਼ਾਰਟੈਸਟ ਡਿਸਟੈਂਸ ਬਿਟਵੀਨ ਪੈਰਲਲ ਲਾਈਨਸ। ਪੈਰਲਲ ਲਾਈਨਸ ਦੇ ਵਿੱਚ ਕੀ ਕਾਮਨ ਹੋਏਗਾ? ਦੋਨਾਂ ਦੀਆਂ ਡਾਇਰੈਕਸ਼ਨ ਸੇਮ ਹੋਣਗੀਆਂ, ਇਹੀ ਹੋਏਗਾ ਨਾ। ਪੈਰਲਲ ਲਾਈਨਸ ਦੇ ਵਿੱਚ ਦੋਨਾਂ ਦੀ ਡਾਇਰੈਕਸ਼ਨ ਸੇਮ ਹੋਏਗੀ। मतलब पहली लाइन अगर r इज इक्वल्स टू a वैक्टर प्लस लैम्डा b वैक्टर है तो ऑटोमैटिकली जी दूसरी लाइन होएगी वो की हो जाएगी c वैक्टर प्लस म्यू टाइम्स b वैक्टर, यही हो जाएगा। एक तो लैम्डा म्यू का फर्क आएगा क्योंकि जरूरी तो नहीं कि डायरैक्शन है जोड़े एग्जैक्ट सेम होने चाहिए, वो एक दूजे का मल्टीपल भी होंगे तो भी लाइनस ने की रहना पैरल ही रहना, ठीक है। पॉइंट है जिहदे विच दी पास कर रही है वो डिफरेंट होंगे बट डायरैक्शन दोनों के की होंगे? सेम होंगे, ठीक है। आपां ये करते हैं, इनू आपां A1 कह दिंदे हैं, इनू आपां की कह दिंदे हैं A2 कि R1 R पहली लाइन है जिहड़ी वो किहदे चों पास कर रही है? A1 चों, दूजी लाइन किहदे चों पास कर रही है? A2 दे विचों, ते दोनों की डायरैक्शन सेम है, दे आर बोथ पैरेलल टू B वैक्टर। तो शॉर्टेस्ट डिस्टेंस बिटवीन दैम, शॉर्टेस्ट distance between them, that is D, will be equals to A1 minus A2 cross B upon B mod and its mod। Simple। Distance between the points या difference of the points through which they are passing क्रॉस B वैक्टर। B वैक्टर की है अपने को जी दोनों की डायरैक्शन है अपॉन मॉड ऑफ B वैक्टर एंड कंप्लीट द मॉड। कंप्लीट द मॉड क्यों लिखा मैं? बिकॉज A1 माइनस A2 भी की होएगा? वैक्टर होएगा। B भी की होएगा? वैक्टर होएगा। दोनों का क्रॉस भी एक वैक्टर आएगा
ਵੈਕਟਰ ਅਪੋਨ ਸਕੇਲਰ ਵੈਕਟਰ ਹੋਏਗਾ, ਉਸ ਵੈਕਟਰ ਦਾ ਆਪਾਂ ਲਾਸਟ ਤੇ ਜਾ ਕੇ ਕੀ ਕਰਾਂਗੇ, ਮੈਗਨੀਟਿਊਡ ਦਵਾਂਗੇ, तो दैट विल बी द डिस्टेंस बिटवीन टू पैरेलल लाइन्स। ठीक है, अगर आप यही स्क्यू लाइन्स बारे गल करिए तो की होएगा, R इज इक्वल्स टू A1 प्लस लैम्डा B1 एंड R इज इक्वल्स टू A2 प्लस म्यू टाइम्स B2। दोनों चीज़ां फर्क होणगियां, जिहड़े पॉइंट दे विच दी पास कर रही है ते जिहड़े वैक्टर दे अलोंग या पैरेलल लाई कर रही है, दोनों के दोनों की होंगे, डिफरेंट होंगे इन केस ऑफ स्क्यू लाइन्स। तो इन दिस केस इफ इट इज L1 एंड L2, तो शॉर्टेस्ट डिस्टेंस बिटवीन दैम दैट इज D विल बी इक्वल्स टू A1 माइनस A2 क्रॉस B की जगह तो इतने B सेम सी तो कला B आ गया, बट इतने B1 B2 है तो इतने क्या आ जाएगा, B1 क्रॉस B2 अपॉन B1 क्रॉस B2 द मॉड एंड सारे का क्या आ जाएगा मॉड। ठीक है, याद करना बड़ा ईजी है, A1 माइनस A2 दोनों च आएगा, उन्होंने च B दोनों च सेम है, कॉमन तो B का B रहेगा, नीचे वाले दे विच दो B's ने B1 एंड B2, तो आप की करांगे B1 क्रॉस B2। ठीक है, एंड नीचे B मॉड आया सी तो इतने भी की आ जाएगा B1 क्रॉस B2 द मॉड। ठीक है, दीज टू आर द सिंपल फॉर्मूलाज फॉर सीइंग के वैदर द लाइन्स आर स्क्यू, मतलब व्हाट इज द डिस्टेंस बिटवीन टू लाइन्स स्क्यू या जदों की ने वो पैरेलल। ठीक है, लिख लो एक बार फॉर्मूला, क्वेश्चन ये हो जाएंगे सारे, कोई भी क्वेश्चन ये अटकेगा नहीं, पर फिर भी आप एक बार एक्सप्लेनेशन देख लें कि आया। लिखो A1 माइनस A2 दोनों का पार्ट है, क्रॉस अगर दो लाइन्स पैरेलल ने तो देयर विल बी सिंपली B, तो क्रॉस B आ जाएगा, अगर दो लाइन्स स्क्यू ने तो देयर विल बी टू B1 एंड B2, तो B1 क्रॉस B2। ठीक है, ਜਦੋਂ ਆਪਾਂ ਨੂੰ दूसरी कार्टीजन फॉर्म गिवन होएगी फॉर्मूला ਤਾਂ भी ਆਪਾਂ सेम ही अप्लाई करांगे, बस ਉੱਥੋਂ A1 A2 B1 B2 साइड सॉर्ट आउट कर लांगे ਆਪਾਂ। ठीक है, बन की रहे ਆ। ठीक है, देखो ਹੁਣ ਇਹਨੂੰ ਸਮਝਦੇ ਆ ਕਿ ਆਇਆ ਕਿਵੇਂ। ठीक है, सुनो, मान लो कि अपने को दो स्क्यू लाइन्स ने L1 एंड L2, L1 ऊपर की जा रही है, L2 नीचे की जा रही है, एक बार देख लो प्लीज। ठीक है, दो लाइन्स ने L1 एंड L2 स्क्यू ने, स्क्यू मतलब वो आपस कदे इंटरसैक्ट नहीं करनगियां, इन्हें ऊपर की क्रॉस कर जाना, इन्हें नीचे की साइड से लंघ जाना, आप उन्होंने शॉर्टेस्ट डिस्टेंस देखना। ठीक है, शॉर्टेस्ट डिस्टेंस की होएगा, मतलब हर एक जगह पर उन्होंने डिस्टेंस डिफरेंट होएगा। एक पॉइंट जिथे जाके जिवें सेंटर दे विच आपां दो लाइन्स बनाईआं, तो बिल्कुल सेंटर दे विच जाके उन्हां दा डिस्टेंस की हो जाएगा, शॉर्टेस्ट हो जाएगा। ठीक है, हाँ, शॉर्टेस्ट डिस्टेंस की कंडीशन वही रहेगी कि जिहड़ी लाइन के अलोंग आपां शॉर्टेस्ट डिस्टेंस मेजर करांगे ओह इहदे भी परपेंडिकुलर होएगी ते इहदी भी की होएगी, परपेंडिकुलर होएगी। यही होएगा ना, देयर विल बी सम लाइन विच विल बी परपेंडिकुलर टू बोथ द गिवन लाइन्स, वही की होएगी, शॉर्टेस्ट डिस्टेंस वाली लाइन होएगी। लैट दैट लाइन बी दिस, जिथे ए भी परपेंडिकुलर होएगा तो ए भी की होएगा, परपेंडिकुलर। ये आपां इहनूं परपेंडिकुलर दिखा नहीं सकते, क्यों, क्योंकि ये लाइन एक प्लेन दे विच नहीं है, टेढ़ी जी लाइन होएगी एक जिहड़ी दोनों नूं परपेंडिकुलर बनेगी। ठीक है, तो लैट दिस पॉइंट बी P, लैट दिस पॉइंट बी इक्वल्स टू Q। तो आपां मतलब की पता करना है इन टोटल दे विच PQ मॉड विल बी द शॉर्टेस्ट डिस्टेंस।
पी क्यू मॉड की होएगा दैट विल बी द शॉर्टेस्ट डिस्टेंस। ठीक है, हुण देखो मान लो L1 की है A1 प्लस लैम्डा B1 R2 L1 की है R इक्वल्स टू A1 प्लस लैम्डा B1 एंड R A की है A2 प्लस लैम्डा B2। ठीक है, मान लो कि A वाला पॉइंट की है A हुज कोऑर्डिनेट्स आर A1, A वाला पॉइंट की है B हुज कोऑर्डिनेट्स आर A। बिकॉज A1 A2 की ने A1 A2 कुछ ऐसे पॉइंट्स ने दोज आर लाइंग ऑन द लाइन L1 एंड L2। A1 पॉइंट है ਜਿਹੜਾ ਉਹ L1 ਤੇ ਲਾਈ ਕਰ ਰਿਹਾ, A2 पॉइंट है ਜਿਹੜਾ ਉਹ L2 ਤੇ ਲਾਈ ਕਰ ਰਿਹਾ। तो मान लो कि ਇਹ ਦੋ A1 एंड A2 ਨੇ, ਆਪਾਂ ਨੂੰ ਨਹੀਂ ਪਤਾ ਕਿੱਥੇ ਜਾ ਕੇ ਬੈਠੇ ਆ, ਬਹੁਤ ਦੂਰ ਹੋ ਸਕਦੇ ਆ ਬਟ ਹੋਣਗੇ ਤਾਂ ਕਿਤੇ ਲਾਈਨ ਤੇ, ਤਾਂ ਕਰਕੇ ਆਪਾਂ ਉਹਨਾਂ ਨੂੰ ਟੇਢੇ ਜੇ ਬਣਾਤੇ दैट इज A1 एंड A2। नाउ व्हाट विल बी PQ? PQ ਵੈਕਟਰ ਕੀ ਹੋਏਗਾ? ਅਗਰ ਥੋੜਾ ਜਿਹਾ ਇਹਨੂੰ ਧਿਆਨ ਨਾਲ ਦੇਖੋ, ਸਿਸਟਮ ਨੂੰ ਟਿਲਟ ਕਰਕੇ ਦੇਖੋ ਥੋੜਾ ਜਿਹਾ, PQ ਵੈਕਟਰ ਵਿਲ ਬੀ ਪ੍ਰੋਜੈਕਸ਼ਨ of AB on unit vector along PQ ਹੋਏਗਾ ਕਿ ਨਹੀਂ? ਇਹ ਵਾਲੇ ਵੈਕਟਰ ਦੀ ਪ੍ਰੋਜੈਕਸ਼ਨ ਅਗਰ ਇਹਦੇ ਤੇ ਪਾਉਂਗੇ ਤੁਸੀਂ, ਇਹਦੀ ਲੈਂਥ ਕੁਝ ਵੀ ਹੋ ਸਕਦੀ ਹੈ, ਆਪਾਂ ਨੂੰ ਨਹੀਂ ਪਤਾ ਕਿ PQ ਦੀ ਲੈਂਥ ਕੀ ਹੈ। ਜਦੋਂ PQ ਦੀ ਲੈਂਥ ਨਾ ਪਤਾ ਹੋਵੇ ਤਾਂ ਆਪਾਂ ਉਹਦੀ ਡਾਇਰੈਕਸ਼ਨ ਦੇ ਵਿੱਚ ਇੱਕ ਯੂਨਿਟ ਵੈਕਟਰ ਲਿਖ ਲੈਂਦੇ ਆ। ਮੰਨ ਲਓ ਕਿ ਇਹ ਛੋਟਾ ਜਿਹਾ ਯੂਨਿਟ ਵੈਕਟਰ ਹੈ PQ ਦੀ ਡਾਇਰੈਕਸ਼ਨ ਦੇ ਵਿੱਚ, ਇਹਦੀ ਪ੍ਰੋਜੈਕਸ਼ਨ ਜਿੰਨੀ ਉਹਦੇ ਤੇ ਜਾ ਕੇ ਬਣੇਗੀ दैट विल बी द ਵੈਕਟਰ PQ। ਇਹੀ ਹੋਏਗਾ ਨਾ, ਇਹਦਾ ਜਿਹੜਾ ਮੋਡ ਹੋਏਗਾ दैट विल बी द डिस्टेंस बिटवीन बोथ। आई समझ के नहीं? AB ਜੋ ਲਾਈਨ ਗਿਵਨ ਹੈ ਆਪਾਂ ਨੂੰ, ਇਹਦੀ ਜੋ ਪ੍ਰੋਜੈਕਸ਼ਨ ਬਣੇਗੀ, ਇਹਨੂੰ ਇਹ ਸਮਝ ਲਓ ਕਿ ਉਹਨਾਂ ਦੋਨਾਂ ਲਾਈਨਸ ਦਾ ਇੱਥੇ AB ਬਣ ਰਿਹਾ ਸੀਗਾ, ਉਹ ਸ਼ਾਰਟੈਸਟ ਡਿਸਟੈਂਸ PQ ਹੈ। ਇਸ ਵੱਡੀ ਲਾਈਨ ਦੀ ਜਿਹੜੀ ਉਹ ਸੈਂਟਰ ਦੇ ਵਿੱਚ ਜਾ ਕੇ ਪ੍ਰੋਜੈਕਸ਼ਨ ਬਣੇਗੀ, ਉਹ ਕੀ ਹੋਊਗਾ? ਉਹਨਾਂ ਦਾ ਸ਼ਾਰਟੈਸਟ ਡਿਸਟੈਂਸ। ਠੀਕ ਹੈ, तो PQ mod will be the shortest distance and what will be PQ vector? That will be projection of AB on the unit vector along PQ। and what is AB vector? AB vector ਕੀ ਹੈ? ਇਹਨਾਂ ਦੋਨਾਂ ਦਾ difference that is A1 minus A2। ठीक है, ਕੀ ਹੈ ਇਹ? A1 minus A2। ਜਿਹੜਾ AB vector ਹੈ that is A1 minus A2। now unit vector along PQ find out ਕਰਦੇ ਆਪਾਂ। unit vector along PQ, यूनिट वैक्टर along PQ की है? ਹੁਣ ਸੋਚੋ यूनिट PQ एक्चुअल ਦੇ ਵਿੱਚ ਕੀ ਹੈ? ਆਪਾਂ ਸ਼ੁਰੂ ਕਿੱਥੋਂ ਕੀਤਾ? PQ ਵੈਕਟਰ ਇਜ਼ ਅ ਵੈਕਟਰ ਵਿਚ ਇਜ਼ ਪਰਪੈਂਡੀਕੂਲਰ ਟੂ ਬੋਥ L1 ਐਂਡ L2, ਤਾਂ ਹੀ ਉਹ ਕੀ ਬਣੇਗਾ? ਸ਼ਾਰਟੈਸਟ ਡਿਸਟੈਂਸ। तो ਇਹ ਵਾਲੀ ਲਾਈਨ ਕਿਹਦੇ ਬਰਾਬਰ ਜਾ ਰਹੀ ਹੈ? B1 ਦੇ। ਇਹ ਲਾਈਨ ਕਿਹਦੇ ਪੈਰਲਲ ਜਾ ਰਹੀ ਹੈ? B2 ਦੇ। ਫ੍ਰੀ ਵੈਕਟਰਸ ਨੇ ਤਾਂ ਮੈਂ ਯੂਨਿਟ ਵੈਕਟਰ ਪਰਪੈਂਡੀਕੂਲਰ ਟੂ ਬੋਥ L1 ਐਂਡ L2 ਫਾਈਂਡ ਆਊਟ ਕਰਨ ਦੇ ਲਈ B1 ਨੂੰ ਕਿਹਦੇ ਚ ਲੈ ਆਉਣਾ? B2 ਦੇ ਪਲੇਨ ਦੇ ਵਿੱਚ ਲੈ ਆਉਣਾ। ਠੀਕ ਹੈ, B1 ਨੂੰ ਆਪਾਂ B2 ਦੇ ਪਲੇਨ ਦੇ ਵਿੱਚ ਸ਼ਿਫਟ ਕਰ ਲੈਂਦੇ ਹਾਂ। ਹੁਣ ਅਗਰ ਦੋਨਾਂ ਦੇ ਪਰਪੈਂਡੀਕੂਲਰ ਵੈਕਟਰ ਚਾਹੀਦਾ ਹੋਵੇ, ਮੈਨੂੰ ਦੋ ਵੈਕਟਰ ਗਿਵਨ ਹੋਣ ਐਂਡ ਵੀ ਨੀਡ ਅ ਵੈਕਟਰ ਵਿਚ ਇਜ਼ ਪਰਪੈਂਡੀਕੂਲਰ ਟੂ ਬੋਥ, ਤਾਂ ਆਪਾਂ ਕੀ ਕਰਦੇ ਹਾਂ? ਕ੍ਰਾਸ ਕਰ ਦਿੰਦੇ ਹਾਂ ਉਹਨਾਂ ਦਾ। तो यूनिट वेक्टर along या परपेंडिकुलर along PQ will be B1 क्रॉस B2 नाल की आ जाएगा B1 क्रॉस B2 दे। आई समझ के नहीं? ठीक है, जे समझ आ रही है तो भी ठीक है, नहीं तो फॉर्मूला तो याद हो ही जाना, किते तुहानू ये चीज़ करने की लोड़ नहीं पैनी। आप जस्ट ये कर रहे हैं भी इन केस अगर थोड़ा बहुत भुलो कि की चीज़ हो रही है तो यह बैटर एक्सप्लेनेशन होंगी है। ठीक है, तो A1 माइनस A2 कितों आया? AB वैक्टर। PQ कितों आया? B1 क्रॉस B2 अपॉन B1 क्रॉस B2 अपॉन B1 क्रॉस B2 का। ठीक है, एक क्वेश्चन करते हैं ਉਹਦੇ ਨਾਲ क्वेश्चन ਦੇ ਨਾਲ क्वेश्चन ਨੂੰ ਹੀ ਆਪਾਂ ਦੋਨੋਂ ਤਰੀਕੇ ਨਾਲ ਕਰ ਲੈਂਦੇ ਹਾਂ। ਠੀਕ ਹੈ, ਇਹਨੂੰ ਇੱਕ ਵਾਰੀ ਇੱਥੇ ਛੱਡੋ, ਆਪਾਂ क्वेश्चन ਨੂੰ ਦੋਨੋਂ ਤਰੀਕੇ ਨਾਲ ਕਰ ਲੈਂਦੇ ਹਾਂ, ਫਾਰਮੂਲਾ ਨਾਲ ਵੀ ਕਰ ਲੈਂਦੇ ਹਾਂ, ਇਹ ਚੀਜ਼ ਅਪਲਾਈ ਕਰਕੇ ਵੀ ਕਰ ਲੈਂਦੇ। ਜਦੋਂ ਵੈਲਿਊਜ਼ ਗਿਵਨ ਹੋਣਗੀਆਂ ਆਪਾਂ ਨੂੰ ਥੋੜੀ ਜਿਹੀ ਬੈਟਰ ਕਲੈਰਿਟੀ ਹੋ। ਠੀਕ ਹੈ, ਲਿਖੋ ਹੁਣ क्वेश्चन आएगा किवें दा? x minus 1 upon 2 is equals to y minus 2 upon 3 is equals to z minus 3 upon 4, x minus 4 upon 5 is equals to y minus 1 upon 2 is equals to z। मान लो ये दोनों लाइन्स ने, इन्हां दोनों के विचकार आपां शॉर्टेस्ट डिस्टेंस फाइंड आउट करना। ठीक है, पहले दी डायरैक्शन की ने? पहली लाइन के डायरैक्शन रेशियोज की ने? 2 3 एंड 4 एंड दूजे के डायरैक्शन रेशियोज की ने? 5 2 एंड 1। तो जितों तक मैनू दिखता कि ये कोइंसाइडिंग तो नहीं हैगियां,
ਕੋਇਨਸਾਈਡਿੰਗ ਨਹੀਂ ਹੈਗੀਆਂ ਤੇ ਨਾ ਹੀ ਕੀ ਨੇ ਇਹ ਪੈਰਲਲ ਨੇ। ਕੋਇਨਸਾਈਡਿੰਗ ਨਹੀਂ ਹੈਗੀਆਂ, ਕੋਇਨਸਾਈਡਿੰਗ ਦੇ ਵਿੱਚ ਤਾਂ ਡਾਇਰੈਕਸ਼ਨ ਸੇਮ ਹੋਣੀ ਚਾਹੀਦੀ ਸੀ, ਪੈਰਲਲ ਦੇ ਕੇਸ ਦੇ ਵਿੱਚ ਵੀ ਡਾਇਰੈਕਸ਼ਨ ਕੀ ਹੋਣੀ ਚਾਹੀਦੀ ਸੀ, ਸੇਮ। तो ਇਹ ਦੋਨੋਂ ਚੀਜ਼ਾਂ ਤੇ ਨਹੀਂ ਹੈਗੀਆਂ, ਆਈਦਰ ਦੇ ਆਰ ਇੰਟਰਸੈਕਟਿੰਗ ਔਰ ਦੇ ਆਰ ਸਕਿਊ। तो डायरैक्टली ਆਪਾਂ ਸਕਿਊ ਦਾ ਫਾਰਮੂਲਾ ਨਹੀਂ ਲਾਉਣਾ, ਆਪਾਂ ਨੂੰ ਪਹਿਲਾਂ ਚੈੱਕ ਕਰਨਾ ਪੈਣਾ ਕਿ ਵੈਦਰ ਦੇ ਆਰ ਇੰਟਰਸੈਕਟਿੰਗ ਔਰ ਦੇ ਆਰ ਸਕਿਊ। ਦੋਨੋਂ ਚੀਜ਼ਾਂ ਹੋ ਸਕਦੀਆਂ। ਅਗਰ ਤਾਂ ਇੰਟਰਸੈਕਟਿੰਗ ਆ ਗਈਆਂ ਤਾਂ ਆਪਾਂ ਸ਼ਾਰਟੈਸਟ ਡਿਸਟੈਂਸ 1 ਮਿੰਟ 'ਚ ਕਿੰਨਾ ਕਹਿ ਦਾਂਗੇ, 0। ਅਗਰ ਉਹ ਨਹੀਂ ਆਈਆਂ ਸ਼ਾਰਟੈਸਟ ਤਾਂ ਆਪਾਂ ਉਹਨਾਂ ਨੂੰ ਕੀ ਕਵਾਂਗੇ ਕਿ ਦੇ ਆਰ, ਆ ਫਾਰਮੂਲਾ ਲਾਵਾਂਗੇ ਐਂਡ ਆਪਣੇ ਕੋਲ ਆਨਸਰ ਆ ਜਾਏਗਾ। ਠੀਕ ਹੈ, ਉਹਨੂੰ ਕਿਵੇਂ ਚੈੱਕ ਕਰੀਦਾ ਕਿ ਵੈਦਰ ਦੇ ਆਰ ਇੰਟਰਸੈਕਟਿੰਗ ਔਰ ਦੇ ਆਰ ਸਕਿਊ ਲਾਈਨਸ। ਲੈਟ दैट बी इक्वल्स टू लैम्डा, let this be equals to r। सुन लो पहले एक बार, let that be equals to lambda, let that be equals to r। तो x कितना आ जाएगा अपने को, 2 लैम्डा प्लस 1, y कितना आ जाएगा 3 लैम्डा प्लस 2, z कितना आ जाएगा 4 लैम्डा प्लस 3। ਇਹਦੇ ਚ x ਕਿੰਨਾ ਆ ਜਾਏਗਾ ਆਪਣੇ ਕੋਲੇ 5r plus 4, ਇਹਦੇ ਚ y ਕਿੰਨਾ ਆ ਜਾਏਗਾ 2r plus 1 ਤੇ ਇਹਦੇ ਚ z ਕਿੰਨਾ ਆ ਜਾਏਗਾ ਆਪਣੇ ਕੋਲੇ r। that will be simply equals to। ਆਪਾਂ ਕੀ ਕਰਦੇ ਆ, एक्स वाई जेड ਜਿਹੜਾ मैं ਉੱਪਰ ਲਿਖ ਰੱਖਿਆ ਉਹ ਕੀ ਆ, ਐਨੀ ਰੈਂਡਮ ਪੁਆਇੰਟ ਔਨ ਦ ਲਾਈਨ L1। ਜਿਹੜਾ ਮੈਂ ਨੀਚੇ एक्स वाई जेड ਲਿਖਿਆ ਉਹ ਕੀ ਲਿਖਿਆ ਮੈਂ, ਐਨੀ ਰੈਂਡਮ ਪੁਆਇੰਟ ਔਨ ਦ ਲਾਈਨ 2। ਠੀਕ ਹੈ, ਆਪਾਂ ਕੀ ਕਰਦੇ ਆ, ਆਪਾਂ x ਐਂਡ y ਦੋਨਾਂ ਨੂੰ ਕੀ ਕਰਦੇ ਆ, ਸੋਲਵ ਕਰਦੇ ਆ। ਠੀਕ ਹੈ, ਜਿਵੇਂ x ਨੂੰ x ਨਾਲ ਦੇ ਬਰਾਬਰ ਰੱਖ ਦਿੰਦੇ ਆ, y ਨੂੰ y ਦੇ ਬਰਾਬਰ ਰੱਖ ਦਿੰਦੇ ਆ ਤੇ z ਨੂੰ z ਦੇ ਬਰਾਬਰ ਰੱਖਦੇ ਆ। ਅਗਰ ਤਾਂ ਕੋਈ ਕਾਮਨ ਸੋਲੂਸ਼ਨ ਆਏਗਾ, ठीक है, लैम्डा एंड आर का कोई मतलब एक टिप आएगा, कोई पर्टिकुलर सोल्यूशन आएगा, हो सकता कि देयर विल बी नो सोल्यूशन, हो सकता देयर विल बी अ पर्टिकुलर सोल्यूशन। अगर तो पर्टिकुलर सोल्यूशन आएगा तो इसका मतलब की होएगा, लैम्डा की एक अलग वैल्यू है, आर की एक अलग वैल्यू, तो इंटरसेक्टिंग। अगर सोल्यूशन नहीं आएगा कोई तो मीनस दे आर स्क्यू लाइन्स। ठीक है, सिंपल। जिवें मैं रखिया 2 लैम्डा प्लस 1 इज इक्वल्स टू 5r प्लस 4, तो 2 लैम्डा माइनस 5r इज इक्वल्स टू 3, 3 लैम्डा प्लस 2 इज इक्वल्स टू 2r प्लस 1, तो r 3 लैम्डा माइनस 2r इज इक्वल्स टू माइनस 1। ठीक है, यही कर सकते हैं अपन। देन कितना आ जाएगा r, 4 लैम्डा प्लस 3 इज इक्वल्स टू r। चलो तो अपन दो वेरिएबल्स ने दो इक्वेशंस चाहिए, तो ये आ गया 2 लैम्डा माइनस 5r इज इक्वल्स टू 3। इनू ਆਪਾਂ 3 ਦੇ ਨਾਲ ਮਲਟੀਪਲਾਈ ਕਰ ਦਿੰਦੇ ਹਾਂ, ਇਹਨੂੰ 2 ਦੇ ਨਾਲ, तो कितना आ जाएगा 6 लैम्डा माइनस 4r इज इक्वल्स टू माइनस 2 एंड 6 लैम्डा माइनस 15r इज इक्वल्स टू 9। माइनस प्लस माइनस ये खत्म हो गया, ये कितना आ गया अपने को 11r इज इक्वल्स टू माइनस 11, तो r इज इक्वल्स टू माइनस 1। r इज इक्वल्स टू माइनस 1 है, इफ r इज इक्वल्स टू माइनस 1 तो लैम्डा कितना आएगा 2 लैम्डा प्लस 5 इज इक्वल्स टू 3, 2 लैम्डा इज इक्वल्स टू माइनस 2, लैम्डा इज आल्सो इक्वल्स टू माइनस 1। x ਦੇ ਵਿੱਚ लैम्डा ਦੀ ਵੈਲਿਊ ਪੁੱਟ ਕਰਕੇ ਦੇਖੋ ਕਿੰਨਾ ਆਏਗਾ माइनस 2 प्लस 1, यानी कि माइनस 1 लैम्डा ਉਹਦੇ ਵਿੱਚ x ਦੇ ਵਿੱਚ r ਦੀ वैल्यू -1 पुट करके देखो कितना आ गया -5 प्लस 4 इक्वल्स टू -1। मतलब एक ऐसा पॉइंट आ गया ਜਿਹੜਾ ਦੋਨਾਂ ਦੇ ਵਿੱਚ ਕੀ ਹੈ, कॉमन है। दोनों ਦੇ ਵਿੱਚ कॉमन है तो मतलब लाइंस आर इंटरसेक्टिंग है तो देयर शॉर्टेस्ट डिस्टेंस इज इक्वल्स टू 0। आई समझ। रैंडम पॉइंट L1 ਦੇ ਉੱਤੇ ਬਣਾਇਆ, रैंडम पॉइंट L2 ਦੇ ਉੱਤੇ ਬਣਾਇਆ, x ਨੂੰ x ਦੇ ਬਰਾਬਰ ਕੀਤਾ, y ਨੂੰ y ਦੇ ਬਰਾਬਰ ਕੀਤਾ, ਦੋ ਇਕੁਏਸ਼ਨ ਸੀ ਸੋਲਵ ਕਰਕੇ लैम्डा एंड r ਦੀ ਵੈਲਿਊ ਆ ਗਈ। नाउ x कितना सी अपने को 2 लैम्डा प्लस 1 ते दूसरे पासे x कितना सी अपने को 5r प्लस 4, ये कितना हो गया -1, ये भी कितना हो गया -1। दोनों के x अगर कोइंसाइड करके तो मीन्स द लाइंस आर इंटरसेक्टिंग लाइंस। इफ लाइंस आर इंटरसेक्टिंग लाइंस देयर शॉर्टेस्ट डिस्टेंस विल सिंपली बी इक्वल्स टू 0। ऐसे ਜਿਹੜੇ बोर्ड ਦੇ ਵਿੱਚ क्वेश्चन ਆਉਣਗੇ ਉਹ ਤੁਹਾਡੇ ਤੋਂ ਇਹ ਚੀਜ਼ ਨਹੀਂ ਕਰਵਾਉਣਗੇ, ਉੱਥੇ ਸਿੰਪਲ ਹੋਏਗਾ ਜਾਂ ਤਾਂ ਲਾਈਨਸ ਪੈਰਲਲ ਹੋਣਗੀਆਂ ਜਾਂ ਸਕਿਊ ਹੋਣਗੀਆਂ, ਤੁਸੀਂ ਦੋਨਾਂ ਦੇ ਵਿਚਕਾਰ ਡਿਸਟੈਂਸ ਫਾਈਂਡ ਆਊਟ ਕਰ ਦੇਣਾ। ਥੋੜਾ ਜਿਹਾ ਅੱਗੇ ਜਾ ਕੇ ਆਪਾਂ ਨੂੰ ਕਈ ਵਾਰੀ ਚੈੱਕ ਵੀ ਕਰਨਾ ਪੈ ਸਕਦਾ ਕਿ ਵੈਦਰ ਦ ਲਾਈਨਸ ਆਰ ਸਕਿਊ ਔਰ ਦੇ ਆਰ ਇੰਟਰਸੈਕਟਿੰਗ, ਉਹ ਚੈੱਕ ਕਰਨ ਦਾ ਤਰੀਕਾ ਆਪਣੇ ਕੋਲ ਇਹ ਹੈ। ਠੀਕ ਹੈ, ਅਗਰ ਕੁਝ ਵੀ ਕਾਮਨ ਨਹੀਂ ਆਉਂਦਾ ਦੋਨੋਂ ਪੁਆਇੰਟਸ ਦੇ ਵਿਚਕਾਰ ਤਾਂ ਮਤਲਬ ਆਟੋਮੈਟਿਕਲੀ ਲਾਈਨਸ ਆਰ ਸਕਿਊ ਲਾਈਨਸ ਹੈ ਤਾਂ ਆਪਾਂ ਡਿਸਟੈਂਸ ਫਾਰਮੂਲਾ ਇਹ ਵਾਲਾ ਲਾ। ਠੀਕ ਹੈ, ਇਹਦਾ ਇੱਕ ਤਰੀਕਾ ਹੋਰ ਵੀ ਹੈ, ਡਾਇਰੈਕਟਲੀ ਤੁਸੀਂ ਫਾਰਮੂਲਾ ਲਾ ਦਿਓ,
फॉर्मूला ला दो, डिस्टेंस ने 0 आ जाना, तो ऑटोमैटिकली अपना की हो जाएगी इंटरसैक्टिंग लाइन्स होगी। तो बट कई बार ਆਪਾਂ ਨੂੰ ਐਪਲੀਕੇਸ਼ਨ ਹੀ ਸਿਰਫ ਇੱਥੋਂ ਤੱਕ ਹੁੰਦੀ ਹੈ ਕਿ ਆਪਾਂ ਚੈੱਕ ਕਰਨਾ ਪੈਂਦਾ, ਆਪਾਂ ਨੂੰ ਕੁਝ ਹੋਰ ਚੀਜ਼ ਪੁੱਛੀ ਹੁੰਦੀ ਹੈ ਬਟ ਆਪਾਂ ਨੂੰ ਇਹ ਚੈੱਕ ਕਰਨਾ ਪੈ ਰਿਹਾ ਹੁੰਦਾ ਕੁਐਸਚਨ ਦੇ ਵਿੱਚ ਕਿ ਵੈਦਰ ਦੇ ਆਰ ਇੰਟਰਸੈਕਟਿੰਗ ਔਰ ਸਕਿਊ, ਤਾਂ ਇਹ ਮੈਥਡ ਹੁੰਦਾ ਉਹ ਚੈੱਕ ਕਰਨਾ। ਠੀਕ ਹੈ, ਲਿਖ ਲਓ ਹੁਣ, ਕੰਪਲੀਟ ਕਰ ਲਓ, ਫਿਰ ਅੱਗੇ ਚੱਲਦੇ ਹਾਂ। यूनिट वैक्टर अलोंग पी क्यू, एक मिनट प्रोजेक्शन की गल कर रहे हैं ना आप, एक मिनट बस। देखो इधर ये समझ लो इत्थे की जा रहा B1 वैक्टर, ये नीचे की पिया सी B2 वैक्टर। ठीक है, लाइन B1 सी जी L1 सी B1 के पैरल जा रही सी, जी L2 सी B2 के पैरल जा रही सी। हुणे इक्को प्लेन के विच नहीं सी, एक उपर लाई कर रहा सी, एक नीचे, मतलब इवें सीगे दो इदां सीगे। ठीक है, मैं ये वाले वैक्टर नूं नीचे लै आंदा इहदे प्लेन दे विच, किवें आऊगा, मतलब ये सोचण दे विच कई वारी हुंदे भी इहदी ओरीएंटेशन ये है। ਆਪਾਂ दो वैक्टर जो एक प्लेन के विच लैके आए तो ऑटोमैटिकली कोप्लेनर बन जाते हैं। मैं दस्सिया सी इन्हां दा प्लेन ही ये हो जाऊगा, टेढ़ा प्लेन। हुण इन्हां दोनों के अगर परपेंडिकुलर वैक्टर चाहिए तो सिंपल मैथड है कि क्रॉस कर दो इन्हां दा, यूनिट बनाउणा तो उहनूं की कर दो उहदे नाल मॉड दे नाल डिवाइड। ठीक है, एक मिनट मैनूं फॉर्मूला क्लैरीफाई कर लैण दो थोड़ा जिहा, क्योंकि प्रोजैक्शन आ रही है तो प्रोजैक्शन दे विच देयर विल बी डॉट, सो पी क्यू वैक्टर विल बी इक्वल्स टू A1 माइनस A2 डॉट B1 क्रॉस B2 ठीक है। सुनो, छोटी जी गलती होगी इत्थे, हेयर इट विल बी डॉट, हेयर इट विल बी क्रॉस। ठीक है, इहदा ओरीएंटेशन हो रहा है, मतलब मैथड हो रहा है डिराइव करन दा। प्रोजैक्शन की गल कर रहे हैं तो देयर विल बी डॉट। आप प्रोजैक्शन से जा रहे हैं, प्रोजैक्शन का की फॉर्मूला पढ़िया, प्रोजैक्शन ऑफ A अपॉन B कितना हुंदा, A डॉट B अपॉन B मॉड। तो प्रोजेक्शन ऑफ पी क्यू अपॉन ए बी कितना हो जाएगा, पी क्यू डॉट यूनिट वेक्टर अलोंग पी क्यू अपॉन मॉड ऑफ यूनिट वेक्टर अलोंग पी क्यू। मॉड ऑफ यूनिट वेक्टर अलोंग पी क्यू कितना होंदा 1, वो गायब हो गया, आंसर कितना बचा है A1 माइनस A2 डॉट B1 क्रॉस B2 अपॉन B1 क्रॉस B2 मॉड। ठीक है, चलो याद रख लो, ये की आएगा डॉट प्रोडक्ट आएगा, तो इतने की आएगा अपने को क्रॉस। Find the shortest distance between skew lines। मैं ऑटोमेटिकली दस रहा कि these are skew where r is equals to 4i minus j plus lambda times I plus 2j minus 3k and r is equals to I minus j plus 2k plus r times 2i plus 4j mu times minus 5। ठीक है, ये वाला क्वेश्चन करना। नेक्स्ट फाइंड द डिस्टेंस बिटवीन, फाइंड द शॉर्टेस्ट डिस्टेंस बिटवीन x minus 1 upon 2 is equals to y minus 2 upon 3 z minus 3 upon 4 and x minus 2 upon 3 is equals to y minus 4 upon 4 is equals to z minus 5 upon 5।
फर्स्ट करिए इत्थे देखो पूरा कंप्लीट करके देखते हैं। फर्स्ट क्वेश्चन ਦੇ ਵਿੱਚ ਆਪਾਂ ਇਹਨਾਂ ਦੋਨਾਂ ਦੇ ਵਿਚਕਾਰ ਸ਼ਾਰਟੈਸਟ ਡਿਸਟੈਂਸ ਫਾਈਂਡ ਆਊਟ ਕਰਨਾ। ਪੈਰਲਲ तो नहीं हैगियां तो या तो स्क्यू होणगियां या इंटरसेक्टिंग होणगियां। ਆਪਾਂ ऑलरेडी दस ही रखिया कि दे आर स्क्यू, तो मतलब आप स्क्यू वाला फॉर्मूला लावांगे। वट इज a1 हेयर, a1 कितना 4i माइनस जे प्लस 0k एंड वट इज a2 हेयर i माइनस जे प्लस 2k। सो a1 माइनस a2 कितना आ जाएगा 4 माइनस 1 इक्वल्स टू 3 माइनस 1 माइनस ऑफ माइनस 1 प्लस 1 यानी कि 0 0 माइनस 2 कितना आ गया -2। तो दीज आर द पोजीशंस ऑफ a1 a2 माइनस a1। ठीक है, b1 कितना आया सी अपने कोले दैट इज i प्लस 2j माइनस 3k एंड व्हाट इज b2 b2 इज 2i प्लस 4j माइनस 5k। तो व्हाट विल बी b1 क्रॉस b2 किवें करीदा सी क्रॉस डिटर्मिनेंट। ठीक है, सिंपली डिटर्मिनेंट i j k 1 2 माइनस 3 2 4 माइनस 5 कितना आएगा ये i इंटू माइनस 10 प्लस 12 यानी कि प्लस 2 माइनस j कितना आएगा माइनस 5 प्लस 6 तो प्लस 1 j एंड प्लस कितना आ जाएगा k के नाल की आएगा 4 माइनस 4 इक्वल्स टू 0। तो दिस विल बी 2i माइनस j। b1 क्रॉस b2 कितना आ गया 10। ਆਪਾਂ ਨੂੰ b1 क्रॉस b2 ਦਾ ਮੋਡ ਵੀ ਚਾਹੀਦਾ तो कितना आ जाएगा 4 plus 1 and its under root that will be √5। so now distance d कितना आ जाएगा अपने कोले that is a1 minus a2 dot this तो 3 0 minus 2 डॉट 2 माइनस 1 0 अपॉन की आ जाएगा मॉड मॉड इज √5। तो कितना आ जाएगा 3 इंटू 2 6 0 0 6 अपॉन √5। तो दिस विल बी द शॉर्टेस्ट डिस्टेंस बिटवीन टू स्क्यू। ठीक है, यही कैलकुलेशन होंगी a2 a1 माइनस a2 कर लेना b1 b1 क्रॉस b2 कर लेना नाल दा मॉड फाइंड आउट करके रख देना। जो इत्थे वैक्टर बनया दोनों का डॉट डिवाइड बाय mod of b1 क्रॉस b2 that will be the distance between। ठीक है, ये नोट कर लो, अगला खुद ट्राई करो।